ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਤ ਨਾਨਕੀ ਸੰਗ ਚਲੰਤੀ। ਜਦੋਂ ਚਲਦੇ ਆ ਸਤਿਗੁਰੂ ਜੀ ਪਰਾਗ ਰਾਗ ਪਹੁੰਚ ਗਏ ਹਨ ਤੇ ਮਾਤਾ ਜੀ ਬੜੇ ਸੁੰਦਰ ਦੇ ਵਿੱਚ ਸਵਾਰ ਹੋ ਕਰਕੇ ਅੱਗੇ ਜਾਇਆ ਕਰਦੇ ਸਨ। ਛੜ ਸਿਉਂਦਨ ਸੁੰਦਰ ਸੁਖਵੰਤੀ। ਮਲੋਕ ਦਾਸ ਸਾਧੂ ਤੋਂ ਮਹਾਰਾਜ ਵਿਦਾ ਹੋ ਕਰਕੇ ਜਦੋਂ ਅੱਗੇ ਨੂੰ ਚੱਲ ਪਏ ਸੀ। ਸ਼੍ਰੀ ਗੁਜਰੀ ਡੋਰੇ ਪਰ ਚਾਲੈ। ਇਸੇ ਤਰ੍ਹਾਂ ਜਗਤ ਮਾਤਾ ਗੁਜਰ ਕੌਰ ਬਹੁਤ ਸੁੰਦਰ ਪਾਲਕੀ ਦੇ ਵਿੱਚ ਬੈਠ ਕਰਕੇ ਜਾ ਰਹੇ ਨੇ। ਜਿਨ੍ਹਾਂ ਕਾਰਾਂ ਨੇ ਉਸ ਪਾਲਕੀ ਨੂੰ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਹੋਇਆ ਸੀ। ਜੜੀ ਸਿਤਾਰਨ ਦਿਪਤ ਵਿਸਾਲੈ। ਜਿਹੜਾ ਛਾੜ ਇਸ ਪਾਲਕੀ ਦੇ ਉੱਪਰ ਪਾਇਆ ਹੋਇਆ ਹੈ ਉਹਦੇ ਵਿੱਚ ਚਾਰੇ ਪਾਸੇ ਬਹੁਤ ਜਿਹੜੀ ਸੋਹਣੀ ਜ਼ਰੀ ਦੀ ਕਢਾਈ ਕੀਤੀ ਹੋਈ ਸੀ। ਬ੍ਰਿੰਦ ਦਾਸੀਆਂ ਸੰਗ ਸਿਧਾਰੀ। ਇਸੇ ਤਰ੍ਹਾਂ ਜੋ ਵੀ ਮਾਤਾ ਦੇ ਪਾਸ ਰਹਿ ਕਰਕੇ ਬਹੁਤ ਸਾਰੀਆਂ ਦਾਸੀਆਂ ਹਰ ਵਕਤ ਸੇਵਾ ਕਰਿਆ ਕਰਦੀਆਂ ਸਨ। ਜਥਾ ਜੋਗ ਸਭ ਲਈ ਸਵਾਰੀ। ਜੋ ਵੀ ਜਥਾ ਜੋਗ ਆਪੋ ਆਪਣੀਆਂ ਸਵਾਰੀਆਂ ਤੇ ਪਹਿਲਾਂ ਹੀ ਇਹ ਅੱਗੇ ਤੋਂ ਅੱਗੇ ਚੜ ਕਰਕੇ ਜਾਇਆ ਕਰਦੇ ਸਨ। ਸਾਧਨ ਕੋ ਸਮੁਦਾਇ ਸਿਧਾਰੈ। ਬਹੁਤ ਵੱਡੀ ਸਾਧੂਆਂ ਦੀ ਮੰਡਲੀ ਜਿਨ੍ਹਾਂ ਨੇ ਭਗਵੇਂ ਕੱਪੜੇ ਆਪਣੇ ਸਰੀਰਾਂ ਦੇ ਉੱਪਰ ਧਾਰਨ ਕੀਤੇ ਹੋਏ ਹਨ। ਗੁਰ ਸੰਗਤ ਦੀ ਜਨਮ ਸੁਧਾਰੈ। ਇਹ ਜਿਹੜੇ ਮਹਾਤਮਾ ਸਾਧੂ ਫਕੀਰ ਮਹਾਰਾਜ ਦੀ ਸੰਗਤ ਕਰਦਿਆਂ ਆਪਣੇ ਜਨਮ ਨੂੰ ਵੀ ਸਫਲਾ ਬਣਾ ਰਹੇ ਹਨ। ਸਿੱਖ ਤੁਰੰਗਨ ਪਰ ਸਵਾਰ। ਪਰ ਜਿਹੜੇ ਨੇ ਗੁਰ ਸਿੱਖ ਜੋਧੇ ਸੂਰਮੇ ਉਹ ਘੋੜਿਆਂ ਤੇ ਹੀ ਚੜ ਕਰਕੇ ਜਾਇਆ ਕਰਦੇ ਸਨ। ਅਨਕ ਵਿਦਨ ਕੀ ਆਜੁਦ ਧਾਰ। ਉਹਨਾਂ ਜੋਧੇ ਸੂਰਮਿਆਂ ਨੇ ਆਪਣੇ ਸਰੀਰਾਂ ਦੇ ਉੱਪਰ ਅਨੇਕ ਪ੍ਰਕਾਰ ਦੇ ਬਹੁਤ ਮਹਿੰਗੇ ਫੌਲਾਦੀ ਲੋਹੇ ਦੇ ਸ਼ਾਸਤਰ ਵੀ ਧਾਰਨ ਕੀਤੇ ਹੋਏ ਹਨ। ਕੀਰਤ ਮੱਜਨ ਕੀਨ ਬਹਾਨਾ। ਕੀਰਤ ਮੱਜਨ ਕੀਨ ਬਹਾਨਾ। ਇਹ ਜਿਹੜੀ ਵਿਚਾਰ ਵਾਰ ਕਵੀ ਜੀ ਆਪਣੇ ਵੱਲੋਂ ਲਿਖਦੇ ਨੇ ਵੀ ਜੋ ਵੀ ਹੈ ਹਿੰਦੁਸਤਾਨ ਦੇ ਬਹੁਤ ਵੱਡੇ ਮੰਨੇ ਪਰਮੰਨੇ ਮਹਾਨ ਤੀਰਥ ਹਨ। ਉਹਨਾਂ ਦੇ ਉੱਪਰ ਸਤਿਗੁਰੂ ਜੀ ਨੇ ਯਾਤਰਾ ਕਰਨ ਦਾ ਤਾਂ ਇੱਕ ਬਹਾਨਾ ਹੀ ਬਣਾਇਆ ਹੋਇਆ ਸੀ। ਕਰਨ ਹਿਤ ਸਿੱਖਿਆਨ ਕਲਿਆਣਾ। ਪਰ ਦੂਰ ਜਾ ਕਰਕੇ ਮਹਾਰਾਜ ਆਪਣੇ ਗੁਰ ਸਿੱਖਾਂ ਦੀ ਆਪਣੇ ਪਿਆਰਿਆਂ ਦੀ ਇਸ ਬਹਾਨੇ ਦੇ ਨਾਲ ਕਲਿਆਣ ਕਰਨੀ ਚਾਹੁੰਦੇ ਹਨ। ਨਿਤ ਪ੍ਰਤ ਮਾਰਗ ਜਾਏ ਅਗਾਰੀ। ਅੱਗੇ ਤੋਂ ਅੱਗੇ ਸਤਿਗੁਰੂ ਜੀ ਪੂਰਬ ਦੀ ਦਿਸ਼ਾ ਦੇ ਵੱਲ ਜਾ ਰਹੇ ਨੇ। ਜੋ ਨਰ ਮਿਲ ਹੈ ਭਾਵਨਾ ਧਾਰੀ। ਜਿਹੜਾ ਵੀ ਕੋਈ ਗੁਰਮੁਖ ਚਾਹੇ ਮਾਈ ਹੈ ਚਾਹੇ ਭਾਈ ਹੈ ਜਿਹੜਾ ਵੀ ਭਾਵਨਾ ਧਾਰਨ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਮਿਲਦਾ ਸੀ। ਤਿਸ ਕੀ ਸਕਲ ਆਪਦਾ ਟਾਰੀ। ਤਿਸ ਕੀ ਸਫਲ ਆਪਦਾ ਟਾਰੀ। ਉਹਨਾਂ ਦੀਆਂ ਵੱਡੀਆਂ ਜਿਹੜੀਆਂ ਬਿਪਤਾ ਵੱਡੇ ਜਿਹੜੇ ਵਿਘਨ ਉਹ ਸਤਿਗੁਰੂ ਜੀ ਨਾਸ ਕਰ ਦਿੰਦੇ ਹਨ। ਕਰਤ ਜਾਤ ਕਲਿਆਣ ਉਦਾਰੀ। ਜਿੱਥੇ ਵੀ ਕੋਈ ਪ੍ਰੇਮੀ ਮਿਲਦਾ ਉਸ ਨੂੰ ਨਾਮ ਔਰ ਬਾਣੀ ਦੇ ਨਾਲ ਜੋੜ ਕਰਕੇ ਸਤਿਗੁਰੂ ਜੀ ਉਧਾਰ ਕਰ ਦਿੰਦੇ ਹਨ। ਤੀਰਥ ਰਾਜ ਪ੍ਰਯਾਗ ਵਿਸਾਲਾ। ਜੋ ਇੱਕ ਸਨਾਤਨ ਮਤ ਦਾ ਸਾਰਿਆਂ ਨਾਲੋਂ ਵੱਡਾ ਮਹਾਨ ਤੀਰਥ ਪ੍ਰਯਾਗ ਰਾਗ ਜਿਸ ਨੂੰ ਤਰਵੈਣੀ ਵੀ ਕਹਿੰਦੇ ਹਨ। ਤਾਂ ਪਹੁੰਚੇ ਜਾਈ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਹੁਤ ਵੱਡੇ ਬਹੀਰ ਔਰ ਸਾਧੂਆਂ ਦੀ ਮੰਡਲੀ ਦੇ ਸਹਿਤ ਇਸ ਪ੍ਰਯਾਗ ਰਾਗ ਦੇ ਉੱਪਰ ਪਹੁੰਚ ਗਏ ਹਨ। ਸਤ ਸੰਗਤ ਸਿੱਖਨ ਵੱਡ ਭਾਗੀ। ਜਿਹੜੇ ਨੇ ਵੱਡੇ ਭਾਗਾਂ ਵਾਲੇ ਗੁਰ ਸਿੱਖ ਉਹਨਾਂ ਨੂੰ ਸਤਿਗੁਰੂ ਜੀ ਦੀ
ਸੰਗਤ ਵੀ ਪ੍ਰਾਪਤ ਹੋ ਰਹੀ ਹੈ। ਪਰਮ ਚੇਤਰ ਗੁਰ ਦਰਸ਼ਨ ਲਾਗੀ। ਉਹਨਾਂ ਦਾ ਜਿਹੜਾ ਮਨ ਹਰ ਵਕਤ ਮਹਾਰਾਜ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿੰਦਾ ਸੀ। ਜਹਾਂ ਤਿਰ ਬੇਣੀ ਸੰਗਮ ਹੋਵਾ। ਜਿੱਥੇ ਹੁਣ ਗੰਗਾ ਹੈ, ਜਮਨਾ ਔਰ ਸਰੋਤੀ ਹੈ, ਤਿੰਨ ਨਦੀਆਂ ਆ ਕਰਕੇ ਮਿਲਦੀਆਂ ਹਨ। ਪ੍ਰਥਮ ਜਾਈ ਤਹ ਗੁਰੂ ਖੜੋਵਾ। ਆਪ ਦੀਨ ਦੁਨੀਆ ਦੇ ਮਾਲਕ ਸਭ ਤੋਂ ਪਹਿਲਾਂ ਇਸ ਤੀਰ ਦੇ ਉੱਪਰ ਜਾ ਕਰਕੇ ਖੜੇ ਹੋ ਗਏ ਹਨ। ਕਰਿਓ ਫਰਸ਼ ਪੁੰਨ ਗਈ ਅਸੀਨ। ਜਦੋਂ ਸੇਵਕਾ ਦਾਸਾਂ ਨੇ ਵੱਡੇ ਵੱਡੇ ਫਰਸ਼ ਵਿਛਾ ਦਿੱਤੇ, ਉਸ ਥਾਂ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੌਂਕੜਾ ਮਾਰ ਕੇ ਬੈਠ ਗਏ ਹਨ। ਜੁਗ ਸਲਤਾ ਦੁੱਤ ਦੇਖਣ ਕੀਨ। ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਗੰਗਾ ਤੇ ਦੂਜੀ ਹੈ ਜਮਨਾ, ਉਸ ਦੇ ਵੱਲ ਦ੍ਰਿਸ਼ਟੀ ਪਾਈ ਸੀ। ਜਲ ਉਜਲ ਇੱਕ ਸ਼ਾਮਲ ਬਾਰੀ। ਗੰਗਾ ਦੇ ਵਿੱਚ ਤਾਂ ਜਿਹੜਾ ਹੈ ਨਿਰਮਲ ਚਿੱਟੇ ਰੰਗ ਦਾ ਜਲ ਵਹਿੰਦਾ ਰਹਿੰਦਾ, ਤੇ ਜਮਨਾ ਦਾ ਜਿਹੜਾ ਪਾਣੀ ਉਹ ਕਾਲੇ ਰੰਗ ਦਾ ਮੰਨਿਆ ਗਿਆ ਹੈ। ਸਾਰ ਸੁਤੀ ਬਿਦਤਾਈ ਮਝਾਰੀ। ਇਹਨਾਂ ਦੇ ਵਿੱਚੋਂ ਹੀ ਜਿਹੜੀ ਸੁਰਸਤੀ ਨਦੀ ਉਹ ਵੀ ਪੈਦਾ ਹੁੰਦੀ ਹੈ। ਪਾਪਾ ਨੇਕਨ ਕਤਰਨ ਸ਼ੈਨੀ। ਇਹ ਜਿਹੜਾ ਬਹੁਤ ਵੱਡਾ ਮੰਨਿਆ ਪਰ ਮੰਨਿਆ ਮਹਾਨ ਤੀਰਥ, ਵੱਡੇ ਵੱਡੇ ਪਾਪਾਂ ਨੂੰ ਨਾਸ਼ ਕਰਨ ਵਾਸਤੇ ਛੈਣੀ ਦੇ ਸਮਾਨ ਹੈ। ਵੱਡ ਸੋਭਾ ਤਿਹ ਹੋਤ ਤਿਰ ਬੈਨੀ। ਜਿੱਥੇ ਹੁਣ ਤਿੰਨੇ ਨੰਗੀ ਨਦੀਆਂ ਦਾ ਹੁੰਦਾ ਸੰਗਮ, ਉੱਥੇ ਵੀ ਇਸ ਜਲ ਦੀ ਬੜੀ ਸੋਭਾ ਹੋ ਰਹੀ ਹੈ। ਸਤ ਰਜ ਤਾਮਾ ਤਿੰਨੋਂ ਕੇ ਰੰਗ। ਮਾਨੋ ਇਹਨਾਂ ਤਿੰਨਾਂ ਨਦੀਆਂ ਨੇ ਤਿੰਨਾਂ ਹੀ ਗੁਣਾਂ ਦੇ ਜਿਹੜੇ ਰੰਗ ਵੀ ਧਾਰਨ ਕੀਤੇ ਹੋਏ ਹਨ। ਸਤੋ ਗੁਣ ਹੈ, ਰਜੋ ਗੁਣ ਹੈ, ਤਮੋ ਗੁਣ ਹੈ। ਸਤੋ ਗੁਣ ਨੂੰ ਚਿੱਟਾ ਮੰਨਿਆ। ਇਸੇ ਤਰ੍ਹਾਂ ਜਿਹੜਾ ਹੈ ਰਜੋ ਗੁਣ ਇਹ ਲਾਲ ਰੰਗ, ਤਮੋ ਗੁਣ ਕਾਲੇ ਰੰਗ ਦਾ। ਇਹ ਮਾਨੋ ਤਿੰਨੇ ਜਿਹੜੇ ਗੁਣ ਆਪੋ ਆਪਣੇ ਰੰਗਾਂ ਨੂੰ ਇਹਨਾਂ ਨਦੀਆਂ ਦੇ ਬਹਾਨੇ ਸਾਰਿਆਂ ਦੇ ਸਾਹਮਣੇ ਪ੍ਰਗਟ ਕਰ ਰਹੇ ਹਨ। ਮਨੋਂ ਬਿਦਤ ਹੋਈ ਉਠਹਿ ਤਰੰਗ। ਮਾਨੋ ਤਿੰਨੇ ਜਿਹੜੇ ਗੁਣ ਇੱਕ ਲਹਿਰਾਂ ਦੇ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਪ੍ਰਗਟ ਹੋ ਕਰਕੇ ਆਪਣੇ ਆਪ ਨੂੰ ਦਿਖਾ ਰਹੇ ਨੇ। ਜਨ ਤ੍ਰੈ ਦੇਵਨ ਕੇਰ ਸ਼ਰੀਰ। ਜਾ ਬਾਰੇ ਹੋ ਸਮਝ ਲਓ ਵੀ ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਤਿੰਨਾਂ ਨੇ ਹੀ ਆਪਣੇ ਸਰੀਰ ਧਾਰਨ ਕੀਤੇ ਹੋਣ। ਗੰਗਾ ਹੈ, ਜਮਨਾ, ਸਰਸਵਤੀ ਹੈ, ਇਹ ਤਿੰਨੇ ਨਦੀਆਂ ਵੱਡੇ ਵੱਡੇ ਤਿੰਨੇ ਦੇਵਤਿਆਂ ਦੇ ਸਮਾਨ ਸ਼ੋਭਾ ਪਾ ਰਹੀਆਂ ਨੇ। ਰਹੀ ਪ੍ਰਕਾਸ਼ ਹੋਈ ਕਰ ਨੀਰ। ਇੱਕ ਜਲ ਦੇ ਰੂਪ ਦੇ ਵਿੱਚ ਤਿੰਨੇ ਦੇਵਤੇ ਸਾਹਮਣੇ ਪ੍ਰਕਾਸ਼ ਕਰ ਰਹੇ ਹਨ। ਮਨੋਂ ਤ੍ਰੈ ਸੰਧਿਆ ਸੂਰਜ ਕੇਰੀ। ਜਾਂ ਫਿਰ ਜਿਵੇਂ ਕਹਿਦੀ ਹੈ ਵੀ ਉਹ ਸੂਰਜ ਦੀਆਂ ਜਿਵੇਂ ਤਿੰਨ ਸੰਧਿਆ ਮੰਨੀਆਂ ਜਾਂਦੀਆਂ ਨੇ, ਸਵੇਰ ਦੀ ਹੈ, ਦੁਪਹਿਰ ਦੀ, ਸ਼ਾਮ ਦੀ। ਇਹਨਾਂ ਤਿੰਨਾਂ ਨਦੀਆਂ ਨੇ ਸੂਰਜ ਦੀਆਂ ਤਿੰਨਾਂ ਸੰਧਿਆਂ ਦਾ ਹੀ ਰੂਪ ਧਾਰਨ ਕੀਤਾ ਹੋਇਆ ਹੈ। ਪਾਪ ਤੋਮ ਤਮ ਹਰਤ ਕਨੇਰੀ। ਇਹ ਜਗਿਆਸੂਆਂ ਦੇ ਜਿਹੜੇ ਪਾਪਾਂ ਰੂਪੀ ਹਨੇਰੇ ਨੂੰ ਵੀ ਨਾਸ ਕਰਨ ਵਾਲੀਆਂ ਹਨ। ਤੀਨੋਂ ਤਾਪ ਵਿਦਾਰਨ ਹੀਤ। ਇਹ ਜਿਹੜੇ ਤਿੰਨੇ ਤਾਪ ਪ੍ਰਾਣੀ ਨੂੰ ਹਰ ਵਕਤ ਬੜਾ ਤੰਗ ਕਰਦੇ ਰਹਿੰਦੇ ਨੇ। ਆਦ ਹੈ, ਵਿਆਦ ਹੈ, ਉਪਾਦ ਹੈ। ਇਹਨਾਂ ਤਿੰਨਾਂ ਤਾਪਾਂ ਦਾ ਨਾਸ ਕਰਨ ਦੇ ਲਈ ਤੀਨੋਂ ਰੰਗ ਧਰੇ ਦੁੱਤ ਦੀਤ। ਇਹ ਮਾਨੋ ਤਿੰਨੇ ਹੀ ਜਿਹੜੇ ਰੰਗ ਇਹਨਾਂ ਤਿੰਨਾਂ ਨਦੀਆਂ ਨੇ ਧਾਰਨ ਕੀਤੇ ਹੋਏ ਹਨ। ਨਿਰਮਲ ਜਲ ਕੀ ਅਤ ਹੋਈ ਸ਼ੋਭਾ। ਗੰਗਾ ਦੇ ਵਿੱਚ ਬੜਾ ਨਿਰਮਲ ਜਲ ਜੋ ਵਹਿ ਰਿਹਾ, ਉਹਦੀ ਵੀ ਬੜੀ ਸ਼ੋਭਾ ਹੋ ਰਹੀ ਸੀ। ਹਸ ਜਨ ਕਉ ਨਾ ਪਿਖ ਮਨ ਲੋਭਾ। ਕੋਈ ਵੀ ਦੁਨੀਆ ਦੇ ਵਿੱਚ ਇਹੋ ਜਿਹਾ ਪ੍ਰਾਣੀ ਨਹੀਂ ਵੀ ਜਿਹਦੇ ਮਨ ਦੇ ਵਿੱਚ
ਗੰਗਾ ਜੀ ਦੇ ਦਰਸ਼ਨ ਕਰਕੇ ਖਿੱਚ ਨਾ ਪੈਦਾ ਹੋਵੇ। ਜਿਹੜੇ ਇਹਨਾਂ ਤੀਰਥਾਂ ਦੇ ਉੱਪਰ ਬੜੀ ਭਾਵਨਾ ਰੱਖਣ ਵਾਲੇ ਜਗਿਆਸੂ ਕੋਈ ਮੁਸਾਫਰ ਹੈ, ਉਹਨਾਂ ਦੇ ਮਨ ਦੇ ਵਿੱਚ ਤਾਂ ਜ਼ਰੂਰ ਇਹੋ ਜੀ ਜ਼ਰੂਰ ਖਿੱਚ ਪੈਦਾ ਹੋ ਜਾਂਦੀ ਹੈ। ਪਰ ਜਿਹੜੇ ਹੁਣ ਮਹਾਂਪੁਰਖ ਭਗਵਾਨ ਦੇ ਭਗਤ ਇੱਕ ਭਗਤੀ ਦੇ ਵਿੱਚ ਹੀ ਰਾਤ ਦਿਨ ਜੁੜੇ ਰਹਿੰਦੇ ਹਨ, ਉਹਨਾਂ ਨੇ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਸੀ। ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹੇ। ਔਰ ਮੈਂ ਕਬੀਰ ਭਗਤ ਕਬੀਰ ਜੀ ਜੈਸਿਆਂ ਨੇ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਕਿਤਨੇ ਵੱਡੇ ਵੱਡੇ ਮੁਰਾਤਬੇ ਆ ਦੁਨੀਆ ਦੇ ਵਿੱਚ ਹਾਸਲ ਕੀਤੇ ਸਨ। ਪ੍ਰਥਮ ਗੁਰੂ ਜੀ ਮੱਜਨ ਕੀਨਾ। ਸਭ ਤੋਂ ਪਹਿਲਾਂ ਇਹਨਾਂ ਤੀਰਥਾਂ ਨੂੰ ਪਵਿੱਤਰ ਕਰਨ ਦੇ ਲਈ ਆਪ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੱਥੇ ਇਸ਼ਨਾਨ ਕੀਤਾ ਸੀ। ਹੋਤੇ ਜੋ ਦਿਜ ਟਿਕ ਦਾਨ ਸੋ ਦੀਨਾ। ਜਿਹੜੇ ਪਾਂਡੇ ਬ੍ਰਾਹਮਣ ਤੀਰਥਾਂ ਦੇ ਉੱਪਰ ਰਹਿਣ ਵਾਲੇ, ਉਹਨਾਂ ਨੂੰ ਮਹਾਰਾਜ ਨੇ ਬੜਾ ਮਾਇਆ ਦਾ ਦਾਨ ਵੀ ਕੀਤਾ ਸੀ। ਸੁਨ ਸੁਨ ਵਿਪਰ ਆਏ ਸਮੁਦਾਈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਮਹਿਮਾ ਵਡਿਆਈ ਸੁਣ ਸੁਣ ਕੇ ਆਲੇ ਦੁਆਲੇ ਤੋਂ ਬੜੇ ਜਿਹੜੇ ਬ੍ਰਾਹਮਣ, ਬੜੇ ਜਿਹੜੇ ਪੰਡਤ ਇਸ ਤੀਰ ਦੇ ਉੱਪਰ ਇਕੱਠੇ ਹੋ ਗਏ ਹਨ। ਸੋ ਪੀ ਲੈ ਕਰ ਦਾਨ ਸਿਧਾਈ। ਉਹ ਵੀ ਮਹਾਰਾਜ ਦੇ ਪਾਸੋਂ ਮਾਇਆ ਦਾ ਹੈ ਜਾਂ ਫਿਰ ਵਸਤਰਾਂ ਦਾ ਦਾਨ ਲੈ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਰਹੇ ਹਨ। ਵਿਪਰ ਬਰਿੰਦ ਸੁਨ ਸੁਨ ਪੁਨ ਆਵਤ। ਜਿਹੜੇ ਮੰਗਤ ਜਾਂ ਪੰਡਤ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਆਉਣ ਦਾ ਪਤਾ ਲੱਗਦਾ ਵੀ ਆ ਤਰਵੈਣੀ ਪ੍ਰਾਗ ਰਾਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਾ ਗੁਰਤਾ ਗਦੀ ਦੇ ਮਾਲਕ ਔਰ ਸੰਗਤਾਂ ਦੇ ਸਮੇਤ ਪਹੁੰਚੇ ਹੋਏ ਹਨ। ਜਾਤ ਨਾ ਛੂਛੀ ਗੁਰ ਤੇ ਪਾਵਤ। ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਤਨੇ ਉਦਾਰ ਸਖੀ ਦਾਤੇ ਹਨ। ਕਿਸੇ ਨੂੰ ਵੀ ਸਤਿਗੁਰੂ ਜੀ ਨੇ ਆਪਣੇ ਕੋਲੋਂ ਖਾਲੀ ਨਹੀਂ ਮੋੜਿਆ ਸੀ, ਚਾਹੇ ਮਾਇਆ ਚਾਹੇ ਬਾਤਰੇ ਮਹਾਰਾਜ ਖੁੱਲੇ ਹੀ ਸਾਰਿਆਂ ਨੂੰ ਵੰਡਿਆ ਕਰਦੇ ਸਨ। ਇਸ ਦਿਨ ਸਗਰੀ ਗੁਰ ਭਗਵਾਨ। ਇਹ ਜਿਹੜਾ ਸਾਰਾ ਦਿਨ ਮਹਾਰਾਜ ਨੇ ਇੱਥੇ ਹੀ ਬੈਠ ਕਰਕੇ ਬਤੀਤ ਕੀਤਾ ਸੀ। ਦੇਤੇ ਰਹੇ ਦਿਜਨ ਕਹੁ ਦਾਨ। ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਸਤਿਗੁਰੂ ਜੀ ਬੜੀ ਮਾਇਆ ਹੀ ਇਹਨਾਂ ਬ੍ਰਾਹਮਣਾਂ ਔਰ ਪਾਂਡਿਆਂ ਨੂੰ ਵਰਤਾਈ ਗਏ ਸਨ। ਜਿਤਕ ਸਮਿਗਰੀ ਗੁਰ ਕੇ ਪਾਸ। ਜਿਤਨਾ ਵੀ ਕੋਈ ਸਮਾਨ ਮਹਾਰਾਜ ਦੇ ਪਾਸ ਮਾੜਾ ਮੋਟਾ ਸੰਗਤਾਂ ਦੇ ਵੱਲੋਂ ਭੇਟਾ ਕੀਤਾ ਹੋਇਆ ਸੀ। ਸਰਬ ਸੁਦੀਤ ਭਏ ਦਿਜ ਰਾਸ। ਇਹਨਾਂ ਬ੍ਰਾਹਮਣਾਂ ਪੰਡਤਾਂ ਨੂੰ ਹੀ ਸਾਰੇ ਜਿਹੜੇ ਪਦਾਰਥ ਮਹਾਰਾਜ ਨੇ ਇੱਥੇ ਵਰਤਾ ਦਿੱਤੇ ਹਨ। ਮਾਤ ਨਾਨਕੀ ਗੁਜਰੀ ਸਾਹਿਤ। ਇਸੇ ਤਰ੍ਹਾਂ ਜਗਤ ਮਾਤਾ ਮਾਤਾ ਗੁਜਰ ਕੌਰ ਮਾਤਾ ਨਾਨਕੀ ਜੀ ਉਹ ਵੀ ਇੱਕ ਪਾਸੇ ਬੜਿਆਂ ਨੂੰ ਆਪਣੇ ਵੱਲੋਂ ਦਾਨ ਪੁੰਨ ਕਰ ਰਹੇ ਹਨ। ਕਰੀ ਇਸ਼ਨਾਨ ਦਾਨ ਦੇ ਮਹਿਤ। ਮਾਤਾਵਾਂ ਨੇ ਵੀ ਇਸ਼ਨਾਨ ਕਰਕੇ ਬਹੁਤ ਸਾਰੇ ਪਦਾਰਥ ਗਰੀਬ ਗੁਰਬਿਆਂ ਲੋੜ ਪਿੰਡਾਂ ਦੇ ਵਿੱਚ ਵਰਤਾ ਦਿੱਤੇ ਹਨ। ਅਪਰ ਸਰਬ ਨੇ ਮੱਜਨ ਕੀਨ। ਜਿਹੜੇ ਵੀ ਮਾਈ ਪਾਈ ਜਾਂ ਸਾਧੂਆਂ ਦੀ ਮੰਡਲੀ ਹੈ ਮਹਾਰਾਜ ਦੇ ਪਾਸ ਹਾਜ਼ਰਿਆ ਕਰਦੀ ਸੀ, ਉਹਨਾਂ ਨੇ ਵੀ ਪ੍ਰਾਗ ਰਾਗ ਤਰਵੈਣੀ ਇੱਥੇ ਬੜੀ ਭਾਵਨਾ ਦੇ ਨਾਲ ਇਸ਼ਨਾਨ ਕਰ ਲਿਆ ਹੈ। ਜਥਾ ਸ਼ਕਤ ਵਿਪਰਨ ਧਨ ਦੀਨ। ਸਤਿਗੁਰੂ ਦੀ ਜਿਹਨੇ ਜਥਾ ਜੋਗ ਬੜੀ ਮਾਇਆ ਬੜਾ ਧਨ ਇਹਨਾਂ ਵਿਦਵਾਨ ਪੰਡਤਾਂ ਨੂੰ ਵੰਡ ਦਿੱਤਾ ਸੀ। ਸੰਗਤ ਨੇ ਸੋਨਾ ਸਤਿਗੁਰ ਆਈ। ਜਦੋਂ ਇਸ ਇਲਾਕੇ ਦੇ ਵਿੱਚ ਸੰਗਤਾਂ ਨੂੰ ਵੀ ਮਹਾਰਾਜ ਦੇ ਆਉਣ ਦੀ ਜਿਹੜੀ ਖਬਰ ਨੇੜੇ ਤੇੜੇ
ਪਿੰਡਾਂ ਔਰ ਨਗਰਾਂ ਦੇ ਵਿੱਚ ਪਹੁੰਚ ਗਈ ਸੀ। ਇਕੱਠੇ ਹੋਤ ਭਏ ਸਮੁਦਾਈ। ਬੜੇ ਜਿਹੜੇ ਪ੍ਰੇਮੀ ਗੁਰੂ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜੇ ਹੋਏ ਆਪੋ ਆਪਣੇ ਘਰਾਂ ਦੇ ਵਿੱਚੋਂ ਇਕੱਠੇ ਹੋ ਗਏ ਹਨ। ਲੈ ਲੈ ਅਨਕ ਪ੍ਰਕਾਰ ਉਪਾਇਨ। ਉਹਨਾਂ ਨੇ ਵੀ ਆਪਣੇ ਪਾਸ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਪਹਿਟਾਵਾਂ ਘਰਾਂ ਦੇ ਵਿੱਚੋਂ ਤਿਆਰ ਕਰ ਲਈਆਂ ਹਨ। ਹਾਏ ਰਿਧੀ ਧਾਰ ਕਰ ਪਾਇਨ। ਭਾਇਨ ਸਾਰਿਆਂ ਦੇ ਹਿਰਦੇ ਦੇ ਅੰਦਰ ਬੜਾ ਇੱਕ ਪ੍ਰੇਮ ਤੇ ਬਹੁਤ ਹੀ ਜ਼ਿਆਦਾ ਸ਼ਰਧਾ ਵੀ ਪੈਦਾ ਹੋ ਚੁੱਕੀ ਹੈ। ਪੂਜਾ ਕਰੀ ਅਨੇਕ ਪ੍ਰਕਾਰ। ਸਤਿਗੁਰੂ ਜੀ ਦੇ ਪਾਸ ਆ ਕਰਕੇ ਇਹਨਾਂ ਗੁਰਮੁਖਾਂ ਨੇ ਮਹਾਰਾਜ ਦੇ ਚਰਨਾਂ ਦੀ ਬੜੀ ਪੂਜਾ ਕੀਤੀ ਸੀ। ਹਾਥ ਜੋੜ ਬੰਧਨ ਕੋ ਧਾਰ। ਤਾਂ ਕੱਲਾ ਕੱਲਾ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਨਮਸਕਾਰ ਕਰਨ ਲੱਗ ਪਿਆ ਸੀ। ਬੇਨਤੀ ਕਰਕੇ ਅਦਕ ਰਿਜਾਈ। ਮਹਾਰਾਜ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਬੜੀਆਂ ਖੁਸ਼ੀਆਂ ਵੀ ਇਹਨਾਂ ਨੇ ਪ੍ਰਾਪਤ ਕਰ ਲਈਆਂ ਹਨ। ਸਭ ਸੰਗਤ ਨੇ ਬਾਕ ਹਲਾਈ। ਉਸ ਸਮੇਂ ਸਾਰੀ ਸੰਗਤ ਇਕੱਠੇ ਹੋ ਕੇ ਮਹਾਰਾਜ ਦੇ ਅੱਗੇ ਬੇਨਤੀ ਇਹ ਆਪਣੇ ਵੱਲੋਂ ਕਰਨ ਲੱਗ ਪਏ ਸੀ। ਹਮਰੇ ਭਾਗਨ ਕਰ ਤੁਮ ਆਈ। ਇਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਡੇ ਵਰਗਿਆਂ ਦੇ ਕੋਈ ਕਰਮ ਜਾਗ ਪਏ ਹਨ, ਜਿਸ ਕਰਕੇ ਇਤਨੀ ਦੂਰਾ ਪ੍ਰਾਗ ਰਾਗ ਤਰਵੈਣੀ ਸਾਰੀਆਂ ਸੰਗਤਾਂ ਨੇ ਆਪ ਜੀ ਦੇ ਦਰਸ਼ਨ ਕਰ ਲਏ ਹਨ। ਦੀਨ ਬੰਦ ਸ਼ੋਭਾ ਬਿਰਦ ਸਦਾਈ। ਜੋ ਆਪ ਜੀ ਦਾ ਨਾਦੀ ਕਾਲ ਤੋਂ ਦੀਨਾ ਬੰਧੂ ਸੁਭਾਅ ਇਹ ਬਾਣ ਆਪ ਦੀ ਪਹਿਲਾਂ ਤੋਂ ਹੀ ਚਲੀ ਆਉਂਦੀ ਹੈ। ਮੱਜਨ ਤੀਰਥ ਕੀਨ ਬਹਾਨਾ। ਆ ਵੱਡੇ ਵੱਡੇ ਤੀਰਥਾਂ ਦੇ ਉੱਪਰ ਯਾਤਰਾ ਕਰਨ ਦਾ ਤਾਂ ਇੱਕ ਆਪਣੇ ਐਵੇਂ ਦੁਨਿਆਵੀ ਲੋਕਾਂ ਨੂੰ ਦਿਖਾਉਣ ਵਾਸਤੇ ਬਹਾਨਾ ਜੀ ਬਣਾਇਆ ਹੋਇਆ ਹੈ। ਹਾਈ ਕਰਨ ਹਮ ਹੈ ਕਲਿਆਣਾ। ਪਰ ਸਾਡੇ ਵਰਗੇ ਜਿਹੜੇ ਹੁਣ ਹਜ਼ਾਰਾਂ ਕੋਹਾਂ ਤੇ ਬੈਠੇ ਹਨ, ਉਹਨਾਂ ਦਾ ਉਧਾਰ ਕਰਨ ਵਾਸਤੇ ਹੀ ਆਪ ਨੇ ਇਤਨਾ ਜਿਹੜਾ ਉਦਮ ਪ੍ਰਸ਼ਾਰਤ ਧਾਰਨ ਕੀਤਾ ਹੈ। ਬਸ ਹੋ ਇਹਾਂ ਕੇਤਕ ਦਿਨ ਆਪ। ਸੱਚੇ ਪਾਤਸ਼ਾਹ ਮਸਾ ਮਸਾ ਤਾਂ ਆਪ ਦੇ ਦੀਦਾਰ ਸਾਨੂੰ ਪ੍ਰਾਪਤ ਹੋਏ ਨੇ। ਕੁਝ ਕੁ ਦਿਨ ਇਸੇ ਤਰ੍ਹਾਂ ਆਪਣੇ ਇੱਥੇ ਰਹਿ ਕਰਕੇ ਬਤੀਤ ਕਰ ਲੈਣੇ ਹਨ। ਜਿਹੜੇ ਰਹਿ ਗਏ ਉਹਨਾਂ ਨੂੰ ਵੀ ਬਹਾਨੇ ਦੇ ਨਾਲ ਆਪ ਜੀ ਦੇ ਦਰਸ਼ਨ ਹੋ ਜਾਣੇ ਨੇ। ਦੇਹੋ ਦਰਸ਼ਨ ਕੋ ਹੱਥ ਤ੍ਰੈ ਤਾਪ। ਮਹਾਰਾਜ ਆਪ ਦਾ ਦੀਦਾਰ ਕਰਨ ਦੇ ਨਾਲ ਤਿੰਨੇ ਤਾਪ ਸੁਤੇ ਸਿੱਧੀ ਸਾਰਿਆਂ ਦੇ ਨਾਸ ਹੋ ਜਾਣੇ ਹਨ। ਸਭ ਸੰਗਤ ਕੀ ਹੈ ਅਬਲਾਖਾ। ਕਈ ਦਿਨ ਆਪ ਜੀ ਦੇ ਦਰਸ਼ਨ ਕਰਨ ਦੀ ਜਿਹੜੀ ਤਮੰਨਾ ਅਬਲਾਖਾ ਸਾਰਿਆਂ ਦੇ ਮਨ ਦੇ ਅੰਦਰ ਪੈਦਾ ਹੋ ਚੁੱਕੀ ਹੈ। ਆਪਨ ਭਲੇ ਹਿਤ ਹਮਨੇ ਭਾਖਾ। ਗਰੀਬਾਂ ਨਵਾਜ਼ ਸੱਚੇ ਪਾਤਸ਼ਾਹ ਅਸੀਂ ਤਾਂ ਆਪਣੇ ਭਲੇ ਦੇ ਲਈ ਇਹ ਬੇਨਤੀਆਂ ਅਰਜ਼ੋਈਆਂ ਆਪ ਜੀ ਦੇ ਅੱਗੇ ਵਾਰ-ਵਾਰ ਤਾਹੀਓ ਕੀਤੀਆਂ ਹਨ। ਸੁਨ ਪ੍ਰਸੰਨ ਹੋਈ ਸਤਿਗੁਰ ਕਹਿਓ। ਸੁਣ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋ ਕੇ ਇਹਨਾਂ ਪ੍ਰੇਮੀਆਂ ਨੂੰ ਕਹਿਣ ਲੱਗੇ ਸੀ, ਹਮ ਹੋ ਰਾਖਬੋ ਤੁਮਨੇ ਚਾਹਿਓ। ਭਾਈ ਜੋ ਤੁਸੀਂ ਹੁਣ ਸਾਰੇ ਸਾਨੂੰ ਇਸ ਤੀਰਥ ਤੇ ਕਾਫੀ ਟਾਈਮ ਟਿਕਾਉਣਾ ਚਾਹੁੰਦੇ ਹੋ। ਜਾਨੋ ਤੀਰਥ ਕਰਨ ਅਗੀਦੀ। ਅਸੀਂ ਤਾਂ ਅੱਗੇ ਵੀ ਪੂਰਬ ਦੀ ਬਾਈ ਦੇ ਵੱਲ ਨਾ ਜੋ ਵੀ ਪ੍ਰਸਿੱਧ ਤੀਰਥ ਬਣੇ ਹੋਏ ਹਨ ਉਹਨਾਂ ਦੀ ਵੀ ਜਾ ਕਰਕੇ ਯਾਤਰਾ ਕਰਨੀ ਹੈ। ਜੋ ਪੂਰਬ ਦੇਸ਼ ਵਡੇਰੀ। ਜਿਹੜੇ ਵੀ ਪੂਰਬ ਦੇ ਇਲਾਕੇ ਦੇ ਵਿੱਚ ਬਹੁਤ ਮਹਾਨ ਪ੍ਰਸਿੱਧ ਤੀਰਥ ਰਿਸ਼ੀਆਂ ਮੁਨੀਆਂ ਨੇ ਬਣਾਏ ਹੋਏ ਹਨ। ਸੁਨ ਸੰਗਤ ਨੇ ਪੁਨਹ ਬਖਾਨਾ। ਪਰ ਫਿਰ ਵੀ ਸਾਰੇ ਜਿਹੜੇ ਗੁਰ ਸਿੱਖ ਇਕੱਠੇ ਹੋ ਕੇ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਹੱਥ ਜੋੜਨ ਲੱਗ ਪਏ ਹਨ। ਤੀਰਥ ਤਰਹਿ ਨਰਨ ਅਗਨਾਨਾ। ਸੱਚੇ ਪਾਤਸ਼ਾਹ ਵੀ ਜਿਹੜੇ ਹੋ ਜਾਏ ਤੀਰਥਾਂ ਦੀ ਯਾਤਰਾ ਕਰਨ ਵਾਲੇ ਪ੍ਰੇਮੀ ਉਹ ਆਪਣੇ ਵੱਡੇ ਵੱਡੇ ਨਾ ਜਿਹੜੇ ਪਾਪ ਗੁਨਾਹ ਉਹਨਾਂ ਤੀਰਥਾਂ ਦੇ ਵਿੱਚ
ਛੱਡ ਆਉਂਦੇ ਹਨ। ਤੁਮਰੋ ਹੋਈ ਸਪਰਸ਼ਨ ਜਬੈ। ਇਹਨਾਂ ਤੀਰਥਾਂ ਦੇ ਜਿਹੜੇ ਅਪਮਾਨੀ ਦੇਵਤੇ ਆਪ ਜੈਸੇ ਗੁਰੂ ਪੀਰਾਂ ਦੀ ਫਿਰ ਮਨ ਦੇ ਅੰਦਰ ਕਰਦੇ ਨੇ ਆਰਾਧਨਾ। ਸੱਚੇ ਪਾਤਸ਼ਾਹ ਕਦੇ ਨਾ ਕਦੇ ਸਾਡੇ ਵਿੱਚ ਵੀ ਆ ਕਰਕੇ ਚਰਨ ਪਾਓ। ਜਨ ਕੇ ਚਰਨ ਤੀਰਥ ਕੋਟ ਗੰਗਾ। ਜਦੋਂ ਆਪਦੇ ਚਰਨ ਪੈ ਗਏ ਸਾਡੇ ਤਾਂ ਸਾਰੇ ਹੀ ਪਾਪ ਧੋਤੇ ਜਾਣੇ ਹਨ। ਪਾਵਨ ਹੋਤ ਨਾਸ਼ ਅਗ ਸਭੈ। ਸੱਚੇ ਪਾਤਸ਼ਾਹ ਵੀ ਜਿਹੜੇ ਤੀਰਥਾਂ ਦੇ ਅਭਿਮਾਨੀ ਦੇਵਤੇ ਉਹਨਾਂ ਦੀ ਕਾਮਨਾ ਪੂਰਨ ਕਰਨ ਦੇ ਲਈ ਆਪਣੇ ਬਹੁਤ ਵੱਡੀ ਇੱਕ ਯਾਤਰਾ ਆਰੰਭੀ ਹੋਈ ਹੈ। ਤੀਰਥ ਗਨ ਕੋ ਕਰਨ ਪੁਨੀਤ। ਆਪਨੇ ਤਾਂ ਇਹਨਾਂ ਵੱਡੇ ਵੱਡੇ ਤੀਰਥਾਂ ਨੂੰ ਚਾਰਨ ਪਾ ਕਰਕੇ ਪਵਿੱਤਰ ਕਰ ਦੇਣਾ ਹੈ। ਗਮਨਤ ਹੋਇਮ ਇੱਛਾ ਚੀਤ। ਜਿੱਥੇ ਜਿੱਥੇ ਵੀ ਕੋਈ ਇਹੋ ਜਿਹੇ ਅਭਿਮਾਨੀ ਦੇਵਤੇ ਤੀਰਥਾਂ ਦੇ ਆਪ ਨੂੰ ਮਨ ਦੇ ਵਿੱਚ ਜ਼ਿਆਦਾ ਕਰ ਰਹੇ ਹਨ। ਤੋ ਕਾਮਨਾ ਸੰਗਤ ਕੀਰੀ। ਪਰ ਫਿਰ ਵੀ ਜਦੋਂ ਇਹਨਾਂ ਗੁਰ ਸਿੱਖਾਂ ਨੇ ਪ੍ਰੇਮੀਆਂ ਨੇ ਸਤਿਗੁਰੂ ਜੀ ਦੇ ਅੱਗੇ ਵਾਰ ਵਾਰ ਆਪਣੇ ਵੱਲੋਂ ਥੋੜ੍ਹੇ ਦਿਨ ਟਿਕਾਉਣ ਵਾਸਤੇ ਬੇਨਤੀ ਕੀਤੀ ਹੈ। ਪੂਰਨ ਕਰ ਵੀ ਉਚਿਤ ਵਡੇਰੀ। ਸੱਚੇ ਪਾਤਸ਼ਾਹ ਅਸੀਂ ਤਾਂ ਆਪਦੇ ਅੱਗੇ ਇੱਕ ਅਰਦਾਸ ਬੇਨਤੀ ਹੀ ਹੱਥ ਜੋੜ ਕਰਕੇ ਕਰ ਸਕਦੇ ਹਾਂ। ਕਰੋ ਕਿਰਤਾਰਥ ਕੋ ਦਿਨ ਰਹੀ ਹੈ। ਪਰ ਫਿਰ ਵੀ ਮਹਾਰਾਜ ਨੂੰ ਥੋੜ੍ਹੇ ਦਿਨ ਇਸ ਤੀਰ ਦੇ ਉੱਪਰ ਸਾਰੇ ਜਿਹੜੇ ਪ੍ਰੇਮੀ ਸੰਗਤਾਂ ਰੱਖਣਾ ਚਾਹੁੰਦੀਆਂ ਹਨ। ਬਹੁਰ ਗਮ ਹੋ ਜੈਸੇ ਚਿਤ ਚਾਹੀਏ ਹੈ। ਸੱਚੇ ਪਾਤਸ਼ਾਹ ਵੀ ਥੋੜ੍ਹੇ ਦਿਨਾਂ ਤੋਂ ਬਾਅਦ ਜਦਰ ਵੀ ਆਪ ਦੇ ਮਨ ਦੀ ਜਾਣ ਵਾਸਤੇ ਇੱਛਾ ਹੋਵੇਗੀ। ਬਹੁਤ ਦਿਵਸ ਕੀ ਹਮਰੇ ਆਸਾ। ਸਾਡੇ ਮਨ ਦੇ ਵਿੱਚ ਤਾਂ ਬੜੇ ਲੰਬੇ ਸਮੇਂ ਤੋਂ ਦਰਸ਼ਨ ਕਰਨ ਦੀਆਂ ਜਿਹੜੀਆਂ ਆਸਾਂ ਲੱਗੀਆਂ ਹੋਈਆਂ ਸਨ। ਤੁਮ ਪੁਰ ਹੋ ਧਾਰਤ ਪਰਵਾਸਾ। ਆਪ ਦੇ ਉੱਪਰ ਹੀ ਅਸੀਂ ਇੱਕ ਯਕੀਨ ਭਰੋਸਾ ਹਿਰਦਿਆਂ ਦੇ ਅੰਦਰ ਸਦਾ ਵਾਸਤੇ ਧਾਰਨ ਕੀਤਾ ਹੋਇਆ ਹੈ। ਇਤਿਆਦਿਕ ਬੇਨਤੀ ਸੁਨ ਕਾਨ। ਜਦੋਂ ਇਹਨਾਂ ਪ੍ਰੇਮੀਆਂ ਗੁਰ ਸਿੱਖਾਂ ਨੇ ਵਾਰ ਵਾਰ ਮਹਾਰਾਜ ਦੇ ਅੱਗੇ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸਨ। ਮਾਨਿਓ ਰਹਿਣਾ ਗੁਰੂ ਭਗਵਾਨ। ਭਗਵਾਨ ਦਾ ਰੂਪ ਤਿਆਗੀ ਬੈਰਾਗੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਸ ਰੋਜ਼ ਇਸ ਤੀਰ ਦੇ ਉੱਪਰ ਰਹਿਣ ਦੇ ਲਈ ਇਹਨਾਂ ਦੀ ਜਿਹੜੀ ਬੇਨਤੀ ਪ੍ਰਵਾਨ ਕਰ ਲਈ ਹੈ। ਇੱਕ ਹਵੇਲੀ ਸੁੰਦਰ ਸਾਰੀ। ਉਸ ਵਕਤ ਗੁਰਮੁਖਾਂ ਨੇ ਇੱਕ ਬਹੁਤ ਵੱਡੀ ਜਿਹੜੀ ਹਵੇਲੀ ਮਹਾਰਾਜ ਦੇ ਰਹਿਣ ਦੇ ਲਈ ਇਹਨਾਂ ਨੇ ਸਾਫ਼ ਕਰਵਾ ਦਿੱਤੀ ਸੀ। ਸਭ ਸੰਗਤ ਨੇ ਦੀਨ ਸੁਧਾਰੀ। ਸੰਗਤਾਂ ਨੇ ਮਿਲ ਕਰਕੇ ਚਾਰੇ ਪਾਸਿਆਂ ਤੋਂ ਉਸ ਹਵੇਲੀ ਦੀ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਹੈ। ਕਹਾ ਨਾਨਕੀ ਮਾਤ ਸਿਧਾਰੀ। ਉਸ ਹਵੇਲੀ ਦੇ ਵਿੱਚ ਮਾਤਾ ਨਾਨਕੀ ਜੀ ਔਰ ਸਤਿਗੁਰੂ ਜੀ ਦਾ ਸਾਰਾ ਪਰਿਵਾਰ ਹੀ ਚਲਿਆ ਗਿਆ ਸੀ। ਸ੍ਰੀ ਗੁਜਰੀ ਜੁਤ ਸੌਜ ਉਦਾਰੀ। ਇਸੇ ਤਰ੍ਹਾਂ ਜਗਤ ਮਾਤਾ ਗੁਜਰ ਕੌਰ ਜੀ ਆਪਣਾ ਸਾਰਾ ਜਿਹੜਾ ਸਮਾਨ ਲੈ ਕੇ ਉਹਦੇ ਵਿੱਚ ਹੀ ਪਹੁੰਚ ਗਏ ਹਨ। ਬਸੇ ਜਾਏ ਕਰ ਤਿਸਕੇ ਬੀਚ। ਉਸ ਬਹੁਤ ਵੱਡੀ ਹਵੇਲੀ ਦੇ ਵਿੱਚ ਸਤਿਗੁਰੂ ਜੀ ਨੇ ਮਾਤਾਵਾਂ ਦਾ ਜਿਹੜਾ ਰਹਿਣ ਦਾ ਪ੍ਰਬੰਧ ਕਰਵਾ ਦਿੱਤਾ ਸੀ। ਦਰਸਤ ਭਏ ਊਚ ਅਰ ਨੀਚ। ਜਿਹੜਾ ਵੀ ਪਿੰਡਾਂ ਨਗਰਾਂ ਦੇ ਵਿੱਚੋਂ ਪ੍ਰੇਮੀ ਚੱਲ ਕਰਕੇ ਆਏ ਨੇ, ਚਾਹੇ ਕੋਈ ਊਚ ਹੈ ਨੀਚ ਹੈ, ਸਾਰੇ ਸਤਿਗੁਰੂ ਜੀ ਦਾ ਦਰਸ਼ਨ ਕਰ ਰਹੇ ਹਨ। ਕਰਹਿ ਤ੍ਰਿਵੇਣੀ ਨਿਤ ਇਸ਼ਨਾਨ। ਰੋਜ਼ਾਨਾ ਸਤਿਗੁਰੂ ਜੀ ਵੀ ਇਹਨਾਂ ਤੀਰਥਾਂ ਨੂੰ ਪਾਵਨਤਾ ਬਖਸ਼ਣ ਦੇ ਲਈ ਆਪ ਇਹਦੇ ਵਿੱਚ ਇਸ਼ਨਾਨ ਕਰਿਆ ਕਰਦੇ ਸਨ। ਨਿਤ ਸੰਗਤ ਦਰਸ਼ਨ ਗਨ ਆਨ। ਹੁਣ ਰੋਜ਼ਾਨਾ ਬੜੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵੀ ਇਸ ਤੀਰਥ ਦੇ ਉੱਪਰ ਹੀ ਆਉਣ ਲੱਗ ਪਈ ਹੈ। ਸੁਨ ਸੁਨ ਗ੍ਰਾਮ ਨਗਰ ਜੀ ਔਰ। ਜਿੱਥੇ ਵੀ ਪਿੰਡਾਂ ਜਾਂ ਨਗਰਾਂ ਦੇ ਵਿੱਚ ਬਹੁਤ ਸਾਰੇ
ਗੁਰਮੁਖ ਬਸਣ ਵਾਲੇ ਸਨ। ਸੰਗਤ ਬਹੁ ਆਵਹਿ ਤਿਸ ਠੌਰ, ਉਹਨਾਂ ਵੱਡੇ ਵੱਡੇ ਨਗਰਾਂ ਪਿੰਡਾਂ ਦੇ ਵਿੱਚੋਂ ਬਹੁਤ ਹੀ ਸੰਗਤ ਰੋਜ਼ਾਨਾ ਚੱਲ ਕਰਕੇ ਮਹਾਰਾਜ ਦੇ ਪਾਸ ਪਹੁੰਚਣ ਲੱਗ ਪਈ ਸੀ। ਹਰ ਪਹਿ ਭੀਟ ਦਰਸ਼ ਕਰ ਜਾਈ, ਸਾਰੇ ਜਿਹੜੇ ਗੁਰ ਸਿੱਖ ਮਾਇਆਵੀ ਨਾਨਾ ਪ੍ਰਕਾਰ ਦੇ ਪਦਾਰਥ ਸਤਿਗੁਰੂ ਜੀ ਦੇ ਅੱਗੇ ਲਿਆ ਕਰਕੇ ਮੱਥਾ ਟੇਕਦੇ ਹਨ। ਦੀਗ ਅਖੰਡ ਅੰਨ ਸਮੁਦਾਈ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਤੀਰ ਦੇ ਉੱਪਰ ਵੀ ਬਹੁਤ ਵੱਡਾ ਜਿਹੜਾ ਉਹ ਲੰਗਰ ਆਰੰਭ ਕਰਵਾ ਦਿੱਤਾ ਸੀ। ਸ੍ਰੀ ਗੁਰ ਕੀਨ ਹਵੇਲੀ ਬਾਸ, ਸਤਿਗੁਰੂ ਜੀ ਵੀ ਆਰਾਮ ਕਰਨ ਵਾਸਤੇ ਉਸ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਸਨ। ਡੇਰਾ ਸਰਬ ਤ੍ਰਿਵੇਣੀ ਪਾਸ, ਪਰ ਜੋ ਸੰਗਤਾਂ ਦਾ ਵਹੀਰ ਹੈ, ਸਾਧੂਆਂ ਦੀ ਮੰਡਲੀ ਹੈ, ਉਹਨਾਂ ਦੇ ਜਿਹੜੇ ਡੇਰੇ ਇਸ ਤਰਵੈਣੀ ਧੀਰ ਦੇ ਉੱਪਰ ਹੀ ਕਰਵਾ ਦਿੱਤੇ ਸਨ। ਕੇਤਕ ਦਿਵਸ ਜੋ ਸੋ ਬਸਤ ਬਿਤਾਈ, ਜਦੋਂ ਸਤਿਗੁਰੂ ਜੀ ਨੇ ਇਸ ਧੀਰ ਦੇ ਉੱਪਰ ਰਹਿੰਦੇ ਹੋਇਆਂ ਕਈ ਜਿਹੜੇ ਰੋਜ਼ ਬਤੀਤ ਕਰ ਦਿੱਤੇ ਹਨ। ਏਕ ਸਮੈ ਥਿਤ ਸਹਿਜ ਸੁਭਾਈ, ਇੱਕ ਦਿਨ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਕੱਲੇ ਹੀ ਆਪਣੀ ਮੌਤ ਦੇ ਵਿੱਚ ਬੈਠੇ ਸਨ। ਮਾਤ ਨਾਨਕੀ ਚੱਲ ਕਰ ਆਈ, ਉਹ ਸਮੇਂ ਮਾਤਾ ਨਾਨਕੀ ਜੀ ਵੀ ਆਪਣੇ ਪਿਆਰੇ ਸਾਹਿਬਜ਼ਾਦੇ ਦੇ ਪਾਸ ਚੱਲ ਕਰਕੇ ਆਏ ਨੇ। ਵੀ ਦੇਖਿਆ ਹੁਣ ਸਤਿਗੁਰੂ ਜੀ ਦੇ ਪਾਸ ਕੋਈ ਗੁਰ ਸਿੱਖਾਂ ਦੀ ਜ਼ਿਆਦਾ ਭੀੜ ਤਾਂ ਹੈ ਨਹੀਂ, ਉਹ ਇਕੱਲੇ ਆਪਣੀ ਮੌਤ ਦੇ ਵਿੱਚ ਬੈਠੇ ਹਨ। ਕੀਨ ਜਾਚਨਾ ਸੁਤ ਅਗਵਾਈ, ਉਹ ਸਮੇਂ ਮਾਤਾ ਨਾਨਕੀ ਜੀ ਨੇ ਸਤਿਗੁਰੂ ਜੀ ਦੇ ਅੱਗੇ ਪੋਤਰੇ ਦੀ ਮੰਗ ਕਰਨ ਵਾਸਤੇ ਬੇਨਤੀ ਕਰ ਦਿੱਤੀ ਸੀ। ਸੁਨਹੁ ਪੁੱਤਰ ਲਾਲਸ ਮਮ ਉਰ ਕੀ, ਐ ਪੁੱਤਰ ਜੀ, ਇਹ ਲਾਲਸਾ ਮੇਰੇ ਮਨ ਦੇ ਵਿੱਚ ਨਾ ਬੜੇ ਲੰਮੇ ਸਮੇਂ ਤੋਂ ਬਣੀ ਹੋਈ ਹੈ। ਹਰ ਬਾਣੀ ਹੈ ਤਬ ਪਿਤ ਗੁਰ ਕੀ, ਦੂਜੇ ਨੰਬਰ ਤੇ ਇਹ ਜਿਹੜੇ ਪ੍ਰਵਚਨ ਅਗੰਮੀ ਤੁਹਾਡੇ ਪਿਤਾ ਮੀਰੀ ਪੀਰੀ ਦੇ ਮਾਲਕ ਨੇ ਵੀ ਕੀਤੇ ਹੋਏ ਹਨ। ਜਾਂਤੇ ਰਹੋ ਪ੍ਰਤੀਕਤ ਸਦਾ, ਉਹਨਾਂ ਬਚਨਾਂ ਦੀ ਉਡੀਕ ਵੀ ਮੇਰੇ ਮਨ ਦੇ ਵਿੱਚ ਸਦਾ ਵਾਸਤੇ ਲੱਗੀ ਰਹਿੰਦੀ ਹੈ। ਤਿਨ ਕੋ ਬਾਕ ਨਾ ਨਿਫਲ ਹੈ ਕਦਾ, ਮਾਤਾ ਨਾਨਕੀ ਜੀ ਕਹਿਣ ਲੱਗੇ ਵੀ ਤੁਹਾਡੇ ਗੁਰੂ ਪਿਤਾ ਦੇ ਜਿਹੜੇ ਕੀਤੇ ਹੋਏ ਵਚਨ ਉਹ ਤਾਂ ਸਦਾ ਵਾਸਤੇ ਉਹ ਟਲ ਹੀ ਹੋਇਆ ਕਰਦੇ ਸਨ। ਮਹਾ ਪ੍ਰਤਾਪਵੰਤ ਭੁਜ ਭਾਰੀ, ਦੇਖੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਕਿਤਨਾ ਤੇਜ ਪ੍ਰਤਾਪ ਸੰਗਤਾਂ ਦੇ ਵਿੱਚ ਚਾਰੇ ਪਾਸੇ ਵਧਿਆ ਸੀ। ਕਿਤਨੀ ਦੂਰ ਦੂਰ ਜਾ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਆਪਣੇ ਪਿਆਰਿਆਂ ਦੀ ਕਲਿਆਣ ਕੀਤੀ। ਮਾਤਾ ਭਾਗਪਰੀ ਇਹ ਕਸ਼ਮੀਰ ਦੇ ਵਿੱਚ ਵਿਚਾਰੀ ਬੈਠੀ ਹੋਈ ਸਤਿਗੁਰੂ ਜੀ ਨੂੰ ਮੁਕਤੀ ਕੀਤੀ। ਇਸੇ ਤਰ੍ਹਾਂ ਜਿਹੜਾ ਭਲਮਾਸਤਾ ਸਾਧ ਇਹ ਨਾਨਕ ਮਤੇ ਆਪਣਾ ਥੱਲੇ ਚੌਂਕੜਾ ਮਾਰ ਕੇ ਬੈਠ ਗਿਆ ਸੀ, ਜਿਹਨੂੰ ਗੋਰਖਨਾਥ ਦੇ ਚੇਲਿਆਂ ਨੇ ਬੜਾ ਤੰਗ ਕੀਤਾ, ਬੜਾ ਦੁੱਖ ਦੇ ਰਹੇ ਸੀ। ਕਿਤਨੀ ਦੂਰ ਦੂਰ ਜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੇ ਮਨ ਦੀ ਜਿਹੜੀ ਕਾਮਨਾ ਵੀ ਪੂਰੀ ਕੀਤੀ ਹੈ। ਮਹਾਸੂਰਮਾ ਪਰ ਉਪਕਾਰੀ, ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਵੱਡੇ ਮਹਾਨ ਯੋਧੇ ਸੂਰਮੇ ਪਰ ਉਪਕਾਰੀ ਦਲ ਭੰਜਨ ਗੌਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਕਿਤਨੇ ਵੱਡੇ ਮਹਾਨ ਯੋਧੇ ਉੱਥੇ ਸਤਿਗੁਰੂ ਜੀ ਨੇ ਸੰਗਤਾਂ ਦੇ ਉੱਪਰ ਬੜਾ ਪਰ ਉਪਕਾਰ ਵੀ ਕੀਤਾ ਹੈ। ਸ਼੍ਰੀ ਨਾਨਕ ਤੇ ਆਦਿ ਜੇ ਗੁਰ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਪਹਿਲੇ ਪਾਤਸ਼ਾਹ ਮਾਧਵ ਦੀ ਧਰਤੀ ਦੇ ਉੱਪਰ ਹੋਏ ਹਨ। ਸਕਲ ਗੁਣਨ ਕਰ ਬਹੁ ਭਰਪੂਰ ਹੈ, ਭਾਵੇਂ ਸਤਿਗੁਰਾਂ ਦੇ ਅੰਦਰ ਵੀ ਬੜੇ ਜਿਹੜੇ ਸ਼ੋਭ ਗੁਣ ਪਾਏ ਜਾਂਦੇ ਸਨ। ਚੰਗੇ ਗੁਣਾਂ ਦੇ ਨਾਲ ਸਾਰੇ ਹੀ ਸਤਿਗੁਰੂ ਜੀ ਭਰੇ ਹੋਏ ਸੀ। ਸਭ ਕੋ ਸੋ ਜਸ ਪ੍ਰਕਾਸ਼ਨ ਵਾਰਿਓ, ਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਾਂ
ਇਹੋ ਜਿਹੇ ਵੱਡੇ ਵੱਡੇ ਮਹਾਨ ਜਦੋਂ 4 ਯੁੱਧ ਹਿੰਦੁਸਤਾਨ ਦੇ ਮਾਲਕ ਦੇ ਨਾਲ ਕੀਤੇ, ਦੇ ਕਰਕੇ, ਚਾਹੇ ਕੋਈ ਤੁਰਕ ਹੈ, ਮੁਗਲ ਹੈ, ਪਠਾਨ ਹੈ, ਹਿੰਦੂ ਹੈ, ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਵੀ ਮੁੱਠੀ ਭਰ ਗੁਰ ਸਿੱਖਾਂ ਦੇ ਨੂੰ ਨਾ ਲੈ ਕੇ ਇਹਨਾਂ ਨੇ ਤਾਂ ਹਿੰਦੁਸਤਾਨ ਦੇ ਮਾਲਕ ਬਾਦਸ਼ਾਹ ਸ਼ਾਹਜਹਾਂ ਨੂੰ ਵੀ ਦੇਖੋ ਹਰਾ ਦਿੱਤਾ ਹੈ। ਉਧਰ ਹਜ਼ਾਰਾਂ ਦੀ ਗਿਣਤੀ 'ਚ ਅਤੇ ਇੱਧਰ ਉਹ ਵੀ ਅਨਟ੍ਰੇਨਡ। ਕੋਈ ਉਹਨਾਂ ਨੂੰ ਸਤਿਗੁਰੂ ਜੀ ਨੇ ਸ਼ਾਸਤਰ ਵਿਦਿਆ ਦੀ ਪ੍ਰੈਕਟਿਸ ਕੋਈ ਜ਼ਿਆਦਾ ਅਭਿਆਸ ਨਹੀਂ ਸੀ ਕਰਾਇਆ ਹੋਇਆ, ਪਰ ਮਹਾਰਾਜ ਤਾਂ ਉਹ ਦ੍ਰਿਸ਼ਟੀ ਪਾ ਕਰਕੇ ਹੀ ਉਹਨਾਂ ਦੇ ਅੰਦਰ ਹੈ ਜਿਹੜੀ ਸ਼ਾਸਤਰ ਵਿਦਿਆ ਭਰ ਦਿੰਦੇ ਸਨ। ਮਾਤਾ ਨਾਨਕੀ ਜੀ ਕਹਿਣ ਲੱਗੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਵੀ ਸਤਿਗੁਰੂ ਜੀ ਨੇ ਦੇਲਾ 'ਚ 7 ਦੀਪਾਂ 9 ਖੰਡਾਂ ਦੇ ਵਿੱਚ ਕਿਵੇਂ ਪ੍ਰਗਟ ਕਰ ਦਿੱਤਾ ਸੀ। ਸਭ ਕੇ ਨਾਮ ਕਰੈ ਉਜਿਆਰੋ। ਉਹਨਾਂ ਨੇ ਸਾਰੇ ਸਤਿਗੁਰਾਂ ਦੇ ਨਾਮ ਨੂੰ 4 ਚੰਨ ਲਗਾ ਦਿੱਤੇ ਹਨ। ਆਸ ਸੁਤ ਉਪਜੈ ਹੈ ਸਦਨ ਤੁਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਮੈਨੂੰ ਤਾਂ ਆਪਣੀ ਰਸਨਾ ਤੋਂ ਕੀਤੇ ਸਨ। ਖਸ਼ਟਮ ਗੁਰ ਇਮ ਬਾਕ ਉਚਾਰੀ। ਇਹੋ ਜਿਹੇ ਬਚਨ ਕਿਤਨਾ ਟਾਈਮ ਪਹਿਲਾਂ ਸਤਿਗੁਰੂ ਜੀ ਨੇ ਮੈਨੂੰ ਆਪਣੀ ਰਸਨਾ ਤੋਂ ਨਾ ਕੀਤੇ ਹੋਏ ਹਨ। ਸਿਮਰ ਸਿਮਰ ਬਚ ਮੈਂ ਅਬ ਲਾਖੀ। ਉਹ ਬਚਨ ਮੇਰੇ ਹਰ ਵਕਤ ਹਿਰਦੇ ਦੇ ਅੰਦਰ ਯਾਦ ਹੀ ਆਉਂਦੇ ਰਹਿੰਦੇ ਹਨ। ਤੋਹੇ ਪੁੱਤਰ ਕਬ ਦੇਖਬ ਆਖੀ। ਵੀ ਕਦੋਂ ਮੈਂ ਤੁਹਾਡੇ ਅੱਗੇ ਸਾਹਿਬਜ਼ਾਦੇ ਦੇ ਜਿਉਂਦੇ ਜੀ ਦਰਸ਼ਨ ਕਰਨੇ ਹਨ। ਸੋ ਦਿਨ ਕਬ ਹੋਵੈ ਮੁਝ ਆਈ। ਉਹ ਰੋਜ਼ ਪਤਾ ਨਹੀਂ ਕਿਹੜੇ ਵੇਲੇ ਮੇਰੀ ਜ਼ਿੰਦਗੀ ਦੇ ਵਿੱਚ ਆਉਣੇ ਹਨ। ਰਹੋ ਪ੍ਰਤੀਖਤ ਨਿਤ ਅਧਿਕਾਈ। ਮੈਂ ਤਾਂ ਹਰ ਵਕਤ ਉਹਨਾਂ ਬਚਨਾਂ ਨੂੰ ਕਈ ਵਾਰ ਰੋਜ਼ਾਨਾ ਆਪਣੇ ਮਨ ਦੇ ਅੰਦਰ ਯਾਦ ਹੀ ਕਰਦੀ ਰਹਿੰਦੀ ਹਾਂ। ਸੁਤ ਕੀ ਸੁਤ ਕੋ ਲੇਕਰ ਗੋਦ। ਵੀ ਜਦੋਂ ਮੈਂ ਆਪਣੇ ਪੋਤਰੇ ਨੂੰ ਗੋਦ ਦੇ ਵਿੱਚ ਬਿਠਾ ਕਰਕੇ ਖਿਡਾਵਾਂਗੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਉਮਰ ਵੀ ਕਾਫੀ ਵੱਧ ਹੋ ਚੁੱਕੀ ਹੈ। 26 ਸਾਲ 9 ਮਹੀਨੇ 13 ਦਿਨ ਤਾਂ ਮਹਾਰਾਜ ਨੇ ਬਾਬੇ ਬਕਾਲੇ ਦੇ ਭੋਰਾ ਸਾਹਿਬ ਦੇ ਵਿੱਚ ਹੀ ਬੈਠ ਕਰਕੇ ਕਿਤਨਾ ਪੋਗਰ ਤਪ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਤਕਰੀਬਨ 40 ਕੁ ਸਾਲ ਦੇ ਨੇੜੇ ਤੇੜੇ ਪਹੁੰਚ ਚੁੱਕੇ ਹਨ। ਕਰੋ ਦੁਲਾਰਨ ਪਾਏ ਪ੍ਰਮੋਦ। ਵੀ ਜਦੋਂ ਮੈਂ ਆਪਣੇ ਪੋਤਰੇ ਨੂੰ ਗੋਦ ਦੇ ਵਿੱਚ ਬਿਠਾ ਕਰਕੇ ਖਿਡਾਉਣਾ, ਉਹ ਖੁਸ਼ੀ ਪਤਾ ਨਹੀਂ ਮੈਨੂੰ ਕਦੋਂ ਪ੍ਰਾਪਤ ਹੋਣੀ ਹੈ। ਇਸ ਪੁੱਤਰ ਇਹੋ ਮੇਰੀ ਆਸਾ। ਮਾਤਾ ਨਾਨਕੀ ਜੀ ਕਹਿਣ ਲੱਗੇ, ਪੁੱਤਰ ਜੀ ਇਹ ਮੇਰੇ ਮਨ ਦੇ ਵਿੱਚ ਬੜੀ ਇੱਕ ਬਹੁਤ ਵੱਡੀ ਮਨਸਾ ਭਰੀ ਹੋਈ ਹੈ। ਪੂਰਨ ਕਰੋ ਦੇਹੋ ਸੁਖ ਰਾਸਾ। ਜਦੋਂ ਇਹ ਮੇਰੇ ਮਨ ਦੀ ਆਪ ਨੇ ਮਨਸਾ ਪੂਰੀ ਕਰ ਦਿੱਤੀ, ਉਸ ਵਕਤ ਮੇਰੇ ਹਿਰਦੇ ਦੇ ਅੰਦਰ ਬੜੇ ਆਨੰਦ ਪੈਦਾ ਹੋ ਜਾਣੇ ਹਨ। ਪ੍ਰਾਨ ਹੈ ਮੇਰੇ ਤਨ ਜਾਵਦ। ਵੀ ਜਿਤਨਾ ਚਿਰ ਨਾ ਮੇਰੇ ਸਰੀਰ ਦੇ ਵਿੱਚ ਪ੍ਰਾਣ ਚੱਲ ਰਹੇ ਹਨ, ਤੁਬ ਨੰਦਨ ਕੋ ਦਰਸੋਂ ਤਾਵਦ। ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਹਿਬਜ਼ਾਦੇ ਦੇ ਜ਼ਰੂਰ ਦਰਸ਼ਨ ਕਰਨੇ ਹਨ। ਸੁਨ ਜਨਨੀ ਕੇ ਬਾਕ ਸੁਹਾਈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਮਾਤਾ ਦੇ ਬਚਨ ਸੁਣੇ ਹਨ, ਸ੍ਰੀ ਗੁਰਮੁਖ ਤੇ ਭਾਖ ਸੁਨਾਈ। ਉਸ ਵਕਤ ਫਿਰ ਸਤਿਗੁਰੂ ਜੀ ਨੇ ਵੀ ਇਹ ਅਗਾਮੀ ਵਾਰਤਾ ਭਵਿੱਖਤ ਵਚਨ ਆਪਣੀ ਰਸਨਾ ਤੋਂ ਕਹਿ ਦਿੱਤੇ ਸਨ। हे ਜਨਨੀ ਜੋ ਮਨੋਰਥ ਤੋਹੀ। ਇਹ ਮਾਤਾ ਜੀ ਜੋ ਤੁਹਾਡੇ ਮਨ ਦੇ ਵਿੱਚ ਬਹੁਤ ਵੱਡਾ ਮਨੋਰਥ ਬੜੇ ਲੰਮੇ ਸਮੇਂ ਤੋਂ ਭਰਿਆ ਹੋਇਆ ਹੈ, ਪੋਤਰ ਬਿਲੋਕਨ ਕੋ ਸੁਖ ਹੋਹੀ। ਜੋ ਤੁਸੀਂ ਆਪਣੇ ਪੋਤਰੇ ਦੇ ਦਰਸ਼ਨ ਕਰਕੇ
ਬੜੇ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ। ਪਾਰ ਬ੍ਰਹਮ ਕਰਤਾਰ ਕਿਰਪਾਲਾ, ਜੋ ਪਾਰ ਬ੍ਰਹਮ ਪਾਪ ਪੁੰਨਾ ਤੋਂ ਪਰੇ ਕਰਤਾਰ, ਜਿਸ ਨੇ ਆਪਣੇ ਹੱਥ ਦੇ ਵਿੱਚ ਸਾਰੇ ਜੀਵਾਂ ਦੀ ਜਿਹੜੀ ਤਾਰ ਫੜੀ ਹੋਈ ਹੈ, ਕਰਤਾਰ, ਜੋ ਸਾਰਿਆਂ ਨੂੰ ਸਦਾ ਵਾਸਤੇ ਇੱਕ ਕੰਮ ਧੰਦਿਆਂ ਦੇ ਉੱਪਰ ਵੀ ਲਗਾ ਕਰਕੇ ਰੱਖਦਾ ਹੈ। ਪਰਮੇਸ਼ਰ ਸੁਖ ਸਿੰਧ ਅਕਾਲਾ, ਜੋ ਕਾਲਾ ਕਾਲ ਤੋਂ ਰਹਿਤ ਸੁੱਖਾਂ ਦਾ ਜੋ ਸਮੁੰਦਰ ਸਾਰਿਆਂ ਨਾਲੋਂ ਵੱਡਾ ਈਸ਼ਵਰ ਨਿਰਗੁਣ ਭਗਵਾਨ ਹੈ। ਏਕੰਕਾਰ ਜੋਤੀਆਂ ਜੋਤੀ, ਜੋ ਜੋਤੀਆਂ ਦੇ ਵਿੱਚ ਵੀ ਜੋਤ ਪੈਦਾ ਕਰਨ ਵਾਲਾ ਨਿਰਾਕਾਰ, ਜਿਸ ਦੇ ਕਾਰਨ ਨੂੰ ਅੱਜ ਤੱਕ ਕੋਈ ਜਾਣੇ ਨਹੀਂ ਸਕਿਆ ਹੈ। ਚੇਤਨਤਾ ਸਭ ਘਟਨ ਉਦੋਤੀ, ਉਸ ਭਗਵਾਨ ਦੀ ਚੇਤਨ ਕਲਾ ਹੀ ਅਦੋਤੀ ਸਾਰੇ ਅੰਦਰ ਪੈਦਾ ਹੋ ਰਹੀ ਹੈ। ਤਿਸ ਅਧੀਨ ਇਹ ਤੇਰੀ ਆਸ਼ਾ, ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਜੀ ਇਹ ਜਿਹੜੀ ਤੇਰੇ ਮਨ ਦੀ ਆਸਾ, ਇਹ ਤਾਂ ਉਸ ਜੋਤੀਆਂ ਦੇ ਜੋਤੀ ਸਰੂਪ ਭਗਵਾਨ ਦੇ ਸਦਾਵਾ ਤੇ ਅਧੀਨ ਹੈ। ਪੂਰਨ ਕਰਹਿ ਹਮਹੁ ਪਰਵਾਸਾ, ਪਰ ਸਾਡੇ ਮਨ ਦੇ ਵਿੱਚ ਵੀ ਇਹ ਯਕੀਨ ਹੈ, ਭਰੋਸਾ ਹੈ, ਉਸ ਨਿਰਗੁਣ ਪ੍ਰਭੂ ਨੇ, ਅਨੰਤ ਸ਼ਕਤੀਆਂ ਦੇ ਮਾਲਕ ਨੇ ਤੁਹਾਡੇ ਮਨ ਦੀ ਜਿਹੜੀ ਆਸਾ ਜ਼ਰੂਰ ਪੂਰੀ ਕਰ ਦੇਣੀ ਹੈ। ਜਬ ਪ੍ਰਸੰਨ ਹੋਈ ਦੀਨਨ ਦਾਨੀ, ਜਦੋਂ ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਪ੍ਰਭੂ ਨੇ, ਉਹ ਵਾਹਿਗੁਰੂ ਨੇ ਸਾਰਿਆਂ ਦੇ ਉੱਪਰ ਪ੍ਰਸੰਨ ਹੋ ਜਾਣਾ ਹੈ। ਦੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ, ਇਹੋ ਜਿਹਾ ਬੜਾ ਤੇਜ ਪ੍ਰਤਾਪੀ ਬ੍ਰਹਮ ਗਿਆਨੀ ਪੋਤਰੇ ਦੇ ਤੈਨੂੰ ਉਸ ਵਕਤ ਦਰਸ਼ਨ ਵੀ ਹੋ ਜਾਣੇ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਆਪਣੇ ਵੱਲੋਂ ਸਮਝਾਉਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜਬ ਪ੍ਰਸੰਨ ਹੋਏ ਦੀਨਨ ਦਾਨੀ, ਦੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ। ਜਬ ਪ੍ਰਸੰਨ ਹੋਏ ਦੀਨਨ ਦਾਨੀ, ਦੇ ਸੁਤ ਤੇਜ ਪੁੰਜ ਬ੍ਰਹਮ ਗਿਆਨੀ। ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾ